ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦੇ ਨਾਲ ਫੇਸਬੁੱਕ ਲਾਈਵ ਦੇ ਉੱਪਰ ਗੁਰਬਾਣੀ ਵਿਚਾਰ ਕੈਲੀਫੋਰਨੀਆ ਹੇਵਰਡ ਤੋਂ ਲੈ ਕੇ ਆਪ ਸਤਿਗੁਰੂ ਜੀ ਕੇ ਬਖਸ਼ਿਸ਼ ਦੇ ਨਾਲ ਗੁਰੂ ਕੀਆਂ ਸੰਗਤਾਂ ਦੇ ਸਨਮੁਖ ਹੁੰਨੇ ਹਾਂ। ਜਿਵੇਂ ਵਾਅਦੇ ਮੁਤਾਬਕ ਕੱਲ ਤੋਂ ਸ੍ਰੀ ਆਸਾ ਜੀ ਕੀ ਵਾਰ ਦੀ ਵਿਚਾਰ ਫੇਸਬੁੱਕ ਲਾਈਵ ਦੇ ਉੱਪਰ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਕੱਲ ਦੀ ਜਿਹੜੀ ਵਿਚਾਰ ਹੋਈ ਹੈ ਉਹਦੇ ਵਿੱਚ ਆਪਾਂ ਮੂਲ ਮੰਤਰ ਤੇ ਆਸਾ ਕੀ ਵਾਰ ਦੀ ਕੁਝ ਕੁ ਭੂਮਿਕਾ ਦੇ ਉੱਪਰ ਵਿਚਾਰ ਕੀਤੀ ਸੀ। ਕਿਉਂਕਿ ਬਾਣੀ ਕਾਫੀ ਵਿਸਥਾਰ ਮੰਗਦੀ ਹੈ, ਕਾਫੀ ਇਹਦੇ ਵਿੱਚ ਕਈ ਨਿੱਕੀਆਂ ਬਰੀਕੀਆਂ ਨੇ। ਮੈਂ ਜ਼ਿਆਦਾ ਤੇ ਨਹੀਂ ਕੋਈ ਜ਼ਿਆਦਾ ਸਾਂਝ ਕਰ ਪਾਉਂਦਾ, ਪਰ ਫਿਰ ਵੀ ਜਿਤਨੀ ਕੁ ਮੈਨੂੰ ਸਮਝ ਪੈਂਦੀ ਹੈ, ਜਿਤਨਾ ਕੁ ਸੱਚੇ ਪਾਤਸ਼ਾਹ ਨੇ ਮੱਤ ਦਿੱਤੀ ਹੈ, ਆਪ ਦੇ ਸਨਮੁਖ ਲੈ ਕੇ ਹਾਜ਼ਰ ਹੋਣਾ ਹਾਂ। ਇਹ ਮੈਂ ਆਪਣੇ ਵਾਸਤੇ ਕਰ ਰਿਹਾ ਹਾਂ ਕਿਉਂਕਿ ਮੈਨੂੰ ਇਹਦੇ ਵਿੱਚ ਬਹੁਤ ਗਿਆਨ ਮਿਲਦਾ ਹੈ ਜਦੋਂ ਮੈਂ ਆਪਣੇ ਆਪ ਨੂੰ ਸਤਿਗੁਰੂ ਕੇ ਚਰਨਾਂ ਦੇ ਵਿੱਚ ਜੋੜ ਕੇ ਇਹ ਜਿਹੜੀਆਂ ਬਾਣੀਆਂ ਜਿਹੜੀਆਂ ਆਪਾਂ ਰੋਜ਼ਾਨਾ ਹੀ ਪੜ੍ਹਦੇ ਹਾਂ ਗੁਰਦੁਆਰਿਆਂ ਦੇ ਵਿੱਚ ਅੰਮ੍ਰਿਤ ਵੇਲੇ ਵਿੱਚ, ਹਰ ਤਕਰੀਬਨ ਗੁਰਦੁਆਰੇ ਦੇ ਵਿੱਚ ਆਸਾ ਕੀ ਵਾਰ ਲਾਈ ਜਾਂਦੀ ਹੈ। 4 ਜਾਂ 5 ਛੱਕੇ ਹਰ ਇੱਕ ਰਾਗੀ ਸਿੰਘ ਸਵੇਰੇ ਪੜ੍ਹਦੇ ਨੇ, ਕਈ ਜਗ੍ਹਾ ਸੰਪੂਰਨ ਵੀ ਲੱਗਦੀ ਹੈ। ਇਹਦੇ ਵਿੱਚ ਬੜੀਆਂ ਬਰੀਕੀਆਂ ਨੇ, ਕਈ ਨਿੱਕੀਆਂ ਜਿਹੜੇ ਪੁਆਇੰਟਸ ਨੇ ਜਿਹੜੇ ਵਿਚਾਰਨ ਵਾਲੇ ਨੇ। 24 ਜਿਹੜੀਆਂ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਆਸਾ ਕੀ ਵਾਰ ਦੀਆਂ ਪੌੜੀਆਂ ਲਿਖੀਆਂ ਨੇ, ਇਹਦੇ ਵਿੱਚ ਬਹੁਤ ਕਮਾਲ ਦੇ ਵਿਸ਼ੇ, ਬੜੇ ਕਮਾਲ ਦੀਆਂ ਜਿਹੜੀਆਂ ਨੇ ਪਰਿਭਾਸ਼ਾਵਾਂ, ਜਿਹੜੇ ਡੈਫੀਨੇਸ਼ਨ ਸੱਚੇ ਪਾਤਸ਼ਾਹ ਨੇ ਦਿੱਤੀਆਂ ਨੇ, ਜਾਂ ਇੰਜ ਕਹਿ ਲਓ ਸੌਖੇ ਲਫ਼ਜ਼ਾਂ ਦੇ ਵਿੱਚ ਕਿ ਸਿੱਖ ਦੀ ਇੱਕ ਪੂਰਨ ਰਹਿਤ ਮਰਿਆਦਾ, ਕਿ ਸਿੱਖ ਨੇ ਕਿਹੜੇ ਕਰਮ ਕਰਨੇ ਨੇ, ਕਿਹੜੇ ਨਹੀਂ ਕਰਨੇ, ਕਿਹੜੇ ਕਰਮ ਕਾਂਡਾਂ ਨੂੰ ਛੱਡਣਾ ਹੈ। ਇਹ ਸਾਰੀ ਦੀ ਸਾਰੀ, ਜਾਂ ਇੰਜ ਕਹਿ ਲਓ ਕਿ ਇੱਕ ਸੰਪੂਰਨ ਰਹਿਤ ਮਰਿਆਦਾ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਇਸ ਵਿਚਾਰ ਦੇ ਵਿੱਚ ਦ੍ਰਿੜ ਕਰਾਈ ਹੈ। ਕਿਉਂਕਿ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਦੀ ਬਖਸ਼ਿਸ਼ ਜਿਹੜੀ ਹੈ ਉਹ ਜੇ ਮੰਨਣੀ ਹੈ ਤੇ ਸਾਨੂੰ ਗੁਰੂ ਜੀ ਦੇ ਪਾਵਨ ਰਹਿਮਤਾਂ, ਕਰਮਾਂ ਤੇ ਬਖਸ਼ਿਸ਼ਾਂ ਨੂੰ ਸਮਝਣਾ ਪਊਗਾ। ਕੱਲ ਆਪਾਂ ਮੂਲ ਮੰਤਰ ਦੀ ਵਿਚਾਰ ਕੀਤੀ ਸੀ। ਆਸਾ ਕੀ ਵਾਰ ਦੀ ਸ਼ੁਰੂਆਤ ਵਿੱਚ ਜਿਹੜਾ ਪਾਤਸ਼ਾਹ ਜੀ ਨੇ ਸੰਪੂਰਨ ਮੂਲ ਮੰਤਰ ਦਿੱਤਾ ਹੈ। ਅੱਜ ਉਸ ਤੋਂ ਅੱਗੇ ਤੁਰਨ ਲੱਗੇ ਹਾਂ। ਆਸਾ ਮਹੱਲਾ ਪਹਿਲਾ, ਵਾਰ ਸਲੋਕਾਂ ਨਾਲ, ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਹੁਣ ਇਹ ਸਿਰਲੇਖ ਹੈ, ਇਹ ਹੈਡਿੰਗ ਹੈ ਸ੍ਰੀ ਆਸਾ ਜੀ ਕੀ ਵਾਰ ਦੀ ਬਾਣੀ ਦਾ। ਸਾਰੀ ਬਾਣੀ ਨੂੰ ਤਰਤੀਬ ਵਾਈਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜਿਹੜਾ ਇਕੱਤਰ ਕੀਤਾ ਹੈ, ਉਸ ਬਾਣੀ ਨੂੰ ਇਕੱਤਰ ਕਰਾਉਣ ਦੀ ਜਿਹੜੀ ਜ਼ਿੰਮੇਵਾਰੀ ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਖਸ਼ਿਸ਼ ਦੇ ਨਾਲ ਲੱਗੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੂੰ ਆਪਣੇ ਕੋਲ ਬਿਠਾ ਕੇ ਇਸ ਸਮੁੱਚੀ ਬਾਣੀ ਦੀ ਮੁਕੰਮਲਤਾਈ ਕੀਤੀ ਹੈ। ਪੂਰੇ ਗੁਰੂ ਆਦਿ ਗ੍ਰੰਥ ਆਦਿ ਬੀੜ ਦੀ ਪੂਰੀ ਜਿਹੜੀ ਆਦਿ ਬੀੜ ਦਾ ਜਿਹੜਾ ਪੂਰਨ ਰੂਪ ਵਿੱਚ ਸੰਚਾਰ ਕੀਤਾ ਹੈ, ਸੰਪਾਦਨ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ। ਇਸੇ ਕਰਕੇ ਵੱਖੋ ਵੱਖਰੇ ਸ਼ਬਦਾਂ ਤੇ ਬਾਣੀਆਂ ਦੇ ਮੁੱਢ ਵਿੱਚ ਸਿਰਲੇਖ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੀ ਭਾਈ ਗੁਰਦਾਸ ਜੀ ਤੋਂ ਲਿਖਾਏ ਹਨ। ਹਰ ਇੱਕ ਬਾਣੀ ਦੀ ਇੱਕ ਹੈਡਿੰਗ ਹੈ। ਜਿਵੇਂ ਜਪਜੀ ਸਾਹਿਬ ਦੀ ਹੈਡਿੰਗ ਜਪਜੀ ਹੈ, ਜਪ ਹੈਡਿੰਗ ਹੈ। ਮੂਲ ਮੰਤਰ ਤੋਂ ਬਾਅਦ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਜਪ ਹੈਡਿੰਗ ਹੈ, ਪਰਿਭਾਸ਼ਾ ਹੈ ਇਹਦੇ, ਜਾਂ ਕਹਿ ਲਓ ਕਿ ਇੱਕ ਚੈਪਟਰ ਸ਼ੁਰੂ ਹੋਣ ਲੱਗਾ ਹੈ ਜਪ ਦਾ, ਤੇ ਜਪ ਦੇ ਚੈਪਟਰ ਨੂੰ ਡਿਫਾਈਨ ਕੀਤਾ ਹੈ 38 ਪੌੜੀਆਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਇਵੇਂ ਆਸਾ ਕੀ ਵਾਰ ਦਾ ਜਿਹੜੀ ਮੁੱਖ ਪਰਿਭਾਸ਼ਾ ਹੈ, ਜਿਹੜੀ ਮੁੱਖ ਡੈਫੀਨੇਸ਼ਨ ਹੈ, ਜਿਹੜਾ ਮੁੱਖ ਚੈਪਟਰ ਆਸਾ ਕੀ ਵਾਰ ਦਾ ਹੈ, ਉਹ ਇੱਥੋਂ ਸ਼ੁਰੂ ਕੀਤਾ ਹੈ। ਆਸਾ ਮਹੱਲਾ ਪਹਿਲਾ, ਵਾਰ ਸਲੋਕਾਂ ਨਾਲ। ਹੁਣ ਧਿਆਨ ਦੇਣਾ, ਅਗਲੀ ਗੱਲ ਲਿਖੀ ਹੈ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਇਹ ਸਿਰਲੇਖ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ। ਆਸਾ ਦੀ ਵਾਰ ਦੇ ਮੁੱਢ ਤੇ ਵੀ ਇਹ ਪੰਕਤੀ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਉਹਨਾਂ ਦੀ ਹੀ ਲਿਖਾਈ ਹੋਈ ਹੈ। ਪਾਤਸ਼ਾਹ ਨੇ ਆਪ ਕੋਲ ਬਹਿ ਕੇ ਭਾਈ ਗੁਰਦਾਸ ਜੀ ਕੋਲੋਂ ਇਹ ਲਿਖਵਾਈ ਹੋਵੇਗੀ। ਉਹ ਆਪ ਹੀ ਲਿਖ ਰਹੇ ਹਨ। ਇਸ ਵਾਰ ਦੇ ਨਾਲ ਸਲੋਕ ਵੀ ਅਸਾਂ ਮਹਿਲੇ ਪਹਿਲੇ ਕੇ ਲਿਖ ਦਿੱਤੇ ਹਨ। ਭਾਵ ਇੱਥੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਜਿਹੜੀ ਪੁਰਾਤਨ ਆਸਾ ਕੀ ਵਾਰ ਜਿਹੜੀ ਗੁਰੂ ਅਰਜਨ ਦੇਵ ਜੀ ਤੱਕ ਪਹੁੰਚੀ, ਉਹਦੇ ਵਿੱਚ ਸਿਰਫ ਤੇ ਸਿਰਫ 24 ਪੌੜੀਆਂ ਸਨ। ਪੌੜੀਆਂ ਹੀ ਵਾਰ ਦੀ ਨਿਸ਼ਾਨੀ ਹੈ। ਜਿਵੇਂ ਬਸੰਤ ਕੀ ਵਾਰ ਆਪਾਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ,
ਬਸੰਤ ਕੀ ਵਾਰ ਦੇ ਵਿੱਚ ਪੌੜੀਆਂ ਨੇ ਕੇਵਲ, ਸ਼ਲੋਕ ਨਹੀਂ ਗੇ ਉਹਦੇ ਉੱਪਰ। ਬਾਕੀ ਜਿਤਨੀਆਂ 22 ਵਾਰਾਂ, ਬਾਕੀ ਜਿਤਨੀਆਂ ਵਾਰਾਂ ਨੇ ਉਹਨਾਂ ਸਾਰਿਆਂ ਦੇ ਵਿੱਚ ਸ਼ਲੋਕ ਨੇ, ਪਰ ਬਸੰਤ ਕੀ ਵਾਰ ਇੱਕ ਐਸੀ ਵਾਰ ਹੈ ਜਿਹਦੇ ਵਿੱਚ ਸ਼ਲੋਕ ਨਹੀਂ ਗੇ, ਸਿਰਫ ਪੌੜੀਆਂ ਹੀ ਨੇ। ਇਹ ਵਾਰ ਦੀ ਐਕਚੁਅਲੀ ਜਿਹੜੀ ਪਰਿਭਾਸ਼ਾ ਹੈ, ਜਿਹੜੀ ਵਾਰ ਦਾ ਐਕਚੁਅਲੀ ਰੂਪ ਹੈ, ਉਹ ਪੌੜੀਆਂ ਨੇ। ਸੇ ਸਤਿਗੁਰੂ ਗੁਰਦੇਵ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਬੜੀ ਬਖਸ਼ਿਸ਼ ਕੀਤੀ ਹੈ। ਉਹਨਾਂ ਨੇ ਕੀ ਕੀਤਾ, ਜਿਵੇਂ ਜਿਵੇਂ ਸਮਾਂ ਮਿਲਿਆ, ਜਿਹੜੇ ਸ਼ਲੋਕ ਰੂਪ ਦੇ ਵਿੱਚ ਉਚਾਰਨ ਹੋਏ ਸਨ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ਲੋਕ ਉਚਾਰਨ ਕੀਤੇ, ਜਿਵੇਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ 63 ਸ਼ਲੋਕ 63 ਸ਼ਲੋਕ ਉਚਾਰਨ ਕੀਤੇ ਨੇ। ਗੁਰੂ ਨਾਨਕ ਸਾਹਿਬ ਦੇ ਕੁਝ ਸ਼ਲੋਕ ਸਨ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਕੀ ਕੀਤਾ, ਜਿਹੜੀਆਂ 22 ਵਾਰਾਂ ਸਥਾਪਿਤ ਕੀਤੀਆਂ, ਜਿਹੜੀਆਂ ਪੌੜੀਆਂ ਸੀ, ਉਹਨਾਂ ਪੌੜੀਆਂ ਦੇ ਉੱਪਰ ਉਹ ਸ਼ਲੋਕ ਉਕਰ ਦਿੱਤੇ, ਸ਼ਲੋਕ ਸੰਦਰਭ ਤੇ ਵਿਸ਼ੇ ਤੇ ਡੈਫੀਨੇਸ਼ਨ ਦੇ ਰੂਪ ਦੇ ਵਿੱਚ ਰੱਖ ਦਿੱਤੇ। ਹੁਣ ਇਹਦੇ ਵਿੱਚ ਜਿਹੜਾ ਸਿਰਲੇਖ ਹੈ, ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਭਾਵ ਆ ਜਿਹੜੀ ਪੌੜੀਆਂ ਸਨ, ਇਹਦੇ ਵਿੱਚ ਜਿਹੜੇ ਸ਼ਲੋਕ ਲਿਖੇ ਨੇ ਉਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਵੀ ਨੇ ਤੇ ਹੋਰਾਂ ਦੇ ਵੀ ਨੇ। ਸੋ ਇਹ ਪੂਰੀ ਦੀ ਪੂਰੀ ਜਿਹੜਾ ਰੂਪਾਂਤਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਬੜਾ ਸਮਝਣ ਵਾਲਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀ ਕੀਤਾ, ਸਭ ਤੋਂ ਪਹਿਲਾਂ ਸ਼ਬਦ ਲਿਖੇ, ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ ਲਿਖੀਆਂ, ਅਸ਼ਟਪਦੀਆਂ ਤੋਂ ਬਾਅਦ ਸ਼ੰਤ ਆਏ, ਸ਼ੰਤ ਤੋਂ ਬਾਅਦ ਵਾਰ ਆਈ, ਵਾਰ ਤੋਂ ਬਾਅਦ ਭਗਤ ਬਾਣੀ ਆਈ। ਇਹ ਪੂਰੇ ਦਾ ਪੂਰਾ ਮੁਲਾਂਕਣ, ਪੂਰੇ ਦਾ ਪੂਰਾ ਰੂਪਾਂਤਰ, ਪੂਰੀ ਦਾ ਪੂਰੀ ਜਿਹੜੀ ਇੰਡੈਕਸ ਹੈ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਿਆਰ ਕੀਤੀ ਹੈ ਤੇ ਆਪ ਕੋਲ ਬਹਿ ਕੇ ਭਾਈ ਗੁਰਦਾਸ ਜੀ ਕੋਲੋਂ ਤੇ ਬਾਬਾ ਬੁੱਢਾ ਜੀ ਕੋਲੋਂ ਲਿਖਾਈ ਹੈ। ਸੋ ਇਸ ਗੱਲ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਜਿਹੜੀਆਂ ਪਹਿਲਾਂ ਆਸਾ ਕੀ ਵਾਰ ਦੀ ਜਿਹੜੀ ਰੂਪਾਂਤਰ ਸੀ ਉਹ ਪੌੜੀਆਂ ਹੀ ਸਨ। ਸਾਰੇ ਗੁਰੂ ਮਹਿਲਾਂ ਅਤੇ ਭਗਤਾਂ ਆਦਿਕ ਬਾਣੀ ਨੂੰ ਤਰਤੀਬ ਦੇਣ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਹਰੇਕ ਰਾਗ ਦਾ ਸ਼ਬਦ, ਫਿਰ ਅਸ਼ਟਪਦੀਆਂ, ਫਿਰ ਸ਼ੰਤੇ ਵਾਰ ਆਦਿਕ ਲਿਖੇ ਹਨ। ਤੇ ਇਹਦੇ ਵਿੱਚ ਜਿਹੜੇ ਸ਼ਲੋਕ ਜਿਹੜੇ ਉਕਰੇ ਨੇ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ, ਗੁਰੂ ਅੰਗਦ ਦੇਵ ਜੀ ਦੇ, ਆਪਣੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ, ਗੁਰੂ ਅਮਰਦਾਸ ਸਾਹਿਬ ਜੀ ਦੇ, ਇਹਨਾਂ ਪੌੜੀਆਂ ਦੇ ਉੱਪਰ, ਵਾਰਾਂ ਦੇ ਉੱਪਰ ਸ਼ਲੋਕ ਲਿਖ ਦਿੱਤੇ। ਤੇ ਜਿਹੜੇ ਸ਼ਲੋਕ ਵੱਧ ਗਏ, ਜਿਹੜੇ ਬਚ ਗਏ, ਉਹ ਅਖੀਰ ਦੇ ਵਿੱਚ ਜਾ ਕੇ ਜਦੋਂ ਆਪਾਂ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਜਿਨ੍ਹਾਂ ਨੇ ਦਰਸ਼ਨ ਕੀਤਾ ਹੈ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਹਿਜ ਪਾਠ ਕੀਤਾ ਹੈ, ਜਿਹੜੇ ਜਾਣਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਬਤ, ਉਹ ਜਾਣਦੇ ਹੋਣਗੇ ਕਿ ਅਖੀਰ ਦੇ ਵਿੱਚ ਆਪਾਂ ਇੱਕ ਸਬਜੈਕਟ ਪੜ੍ਹਦੇ ਹਾਂ, ਇੱਕ ਵਿਸ਼ਾ ਪੜ੍ਹਦੇ ਹਾਂ, ਸ਼ਲੋਕ ਵਾਰਾਂ ਕੇ ਵਧੀਕ, ਭਾਵ ਜਿਹੜੇ ਵਾਰਾਂ ਤੋਂ ਬਚ ਗਏ ਸ਼ਲੋਕ, ਜਿਹੜੇ ਵੱਧ ਗਏ, ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਉਹ ਪਿੱਛੇ ਜਾ ਕੇ ਅੰਕਿਤ ਕਰ ਦਿੱਤੇ ਵੀ ਇਹ ਵੱਧ ਗਏ ਨੇ। ਇਸੇ ਕਰਕੇ ਉਹਦਾ ਸਿਰਲੇਖ ਵੀ ਉਵੇਂ ਲਿਖਿਆ, ਡੈਫੀਨੇਸ਼ਨ ਵੀ ਉਵੇਂ ਲਿਖੀ। ਸੋ ਇਸ ਕਰਕੇ ਇਹ ਗੱਲ ਸਮਝਣ ਦੀ ਲੋੜ ਹੈ। ਆਸਾ ਮਹੱਲਾ ਪਹਿਲਾ, ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮੈਲੇ ਪਹਿਲੇ ਕੀ ਲਿਖੇ। ਇਹਦਾ ਮਤਲਬ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪਹੁੰਚਣ ਵੇਲੇ ਜਿਹੜੀ ਵਾਰ ਦਾ ਤਰਤੀਬ ਤੇ ਜਿਹੜੀ ਵਾਰ ਦਾ ਰੂਪ ਸੀ ਉਹ ਪੌੜੀਆਂ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਸ ਵਿਸ਼ੇ, ਉਸ ਸਬਜੈਕਟ ਦੇ ਮੁਤਾਬਕ ਬਾਕੀ ਗੁਰੂ ਸਾਹਿਬਾਨ ਦੇ ਜਿਹੜੇ ਸ਼ਲੋਕ ਨੇ ਉਹ ਆਪ ਉਹਦੇ ਉੱਪਰ ਅੰਕਿਤ ਕਰਵਾਏ, ਲਿਖਵਾ ਦਿੱਤੇ, ਤੇ ਜਿਹੜੇ ਬਚ ਗਏ ਉਹ ਬਾਅਦ ਵਿੱਚ ਅਖੀਰ ਦੇ ਵਿੱਚ ਜਾ ਕੇ ਅੰਕਿਤ ਕਰ ਦਿੱਤੇ। ਹੁਣ 22 ਵਾਰਾਂ ਦੀਆਂ ਧੁਨੀਆਂ ਨੇ। ਹੁਣ ਅਗਲੀ ਗੱਲ ਆਪਾਂ ਆਸਾ ਕੀ ਵਾਰ ਦੀ ਜਦੋਂ ਸ਼ੁਰੂਆਤ ਹੁੰਦੀ ਹੈ, ਆਪਾਂ ਅਗਲੀ ਗੱਲ ਪੜ੍ਹਦੇ ਹਾਂ, ਟੁੰਡੈ ਅਸ ਰਾਜੇ ਕੀ ਧੁਨੀ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਮਨੁੱਖ ਨੂੰ ਨਾਲ ਸਾਨੂੰ ਸੰਕੇਤ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕੇਵਲ ਮੈਂ ਇਸੇ ਕਰਕੇ ਬੇਨਤੀ ਕਰਦਾ ਹੁੰਨਾ, ਕੇਵਲ ਪਾਠ ਕਰਨ ਨੂੰ ਨਹੀਂ ਸਾਨੂੰ ਦਿੱਤੇ ਕਿ ਬਸ ਅਸੀਂ ਸੁਖਣਾ ਸੁਖ ਲਈ ਤੇ ਪਾਠ ਕਰ ਲਿਆ ਜੀ, ਅੱਜ ਮੇਰਾ ਮੁੰਡਾ ਵਿਆਹਣ ਲੱਗੇ ਆ ਜੀ, ਪਾਠ ਕਰ ਲਿਆ ਜੀ, ਅੱਜ ਮੇਰੇ ਮੁੰਡੇ ਨੇ ਬਾਹਰ ਜਾਣਾ, ਮੈਂ ਸੁਖਣਾ ਸੁਖ ਲਈ ਪਾਠ ਕਰਾ ਲਿਆ ਜੀ, ਅੱਜ ਮੇਰੇ ਢਿੱਡ ਪੀੜ ਹੁੰਦੀ ਹੈ, ਮੈਂ ਪਾਠ ਕਰਾ ਲਿਆ ਜੀ, ਅੱਜ ਮੇਰਾ ਫਲਾਨਾ ਪੀੜ ਹੁੰਦਾ, ਮੈਂ ਪਾਠ ਕਰ ਲਿਆ ਜੀ। ਅੱਜ ਇਹੀ ਵਿਸ਼ੇ ਦੇ ਉੱਪਰ ਸਾਡੀ ਸਾਰੀ એનર્ਜੀ ਲੱਗੀ ਹੋਈ ਹੈ। ਗੁਰਦੁਆਰਿਆਂ ਦੇ ਵਿੱਚ 15-15, 20-20 ਸਰੂਪ ਰੱਖ ਕੇ, ਕਈ ਜਗ੍ਹਾ 150-150 ਸਰੂਪ ਰੱਖ ਕੇ ਲੜੀਵਾਰ ਪਾਠ ਕਰਾਏ ਜਾ ਰਹੇ ਨੇ, ਜਿਹਦਾ ਮਤਲਬ ਹੀ ਕੋਈ ਨਹੀਂ ਹੈ, ਜਿਹਦਾ ਕੋਈ ਵੀ ਕਿਸੇ ਤਰੀਕੇ ਦਾ ਕੋਈ ਰੂਪ ਦੀ ਪ੍ਰਾਪਤੀ ਨਹੀਂ। ਗੁਰੂ ਗ੍ਰੰਥ ਸਾਹਿਬ ਰਿਸਰਚ ਦਾ ਵਿਸ਼ਾ ਹੈ। ਪਾਠ ਕਰਨ ਨਾਲ ਤੇ ਕਿਤੇ ਵੀ ਗੁਰੂ ਸਾਹਿਬ ਨੇ ਲਿਖਿਆ, ਰਿਸਰਚ ਕੀ ਹੈ, ਗੁਰਬਾਣੀ ਦੀ ਇੱਕ ਇੱਕ ਪੰਕਤੀ, ਇੱਕ ਇੱਕ ਰੂਪ ਤੇ ਧਿਆਨ ਦਿਓ ਨਾ, ਕਿਤੇ ਤੇ ਮਸਤਕ ਹਿਲ ਜਾਂਦਾ ਹੈ ਕਿ ਇੰਨੀ ਮਿਹਨਤ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਕੀਤੀ ਹੈ। ਅਸੀਂ ਉਹਨਾਂ ਦੀ ਮਿਹਨਤ ਦਾ ਹੀ ਮੁੱਲ ਨਹੀਂ ਪਾ ਰਹੇ ਅੱਜ। ਜੇ ਪਾਠ ਹੀ ਕਰਨੇ ਸਨ, ਇਤਨੀ ਮਿਹਨਤ ਕਰਨ ਦੀ ਕੀ ਲੋੜ ਪਈ ਸੀ ਪਾਤਸ਼ਾਹ ਨੂੰ? ਔਂਕੜਾਂ ਲਿਖੀਆਂ ਨੇ, ਸਿਹਾਰੀਆਂ ਲਿਖੀਆਂ ਨੇ, ਬਿਹਾਰੀਆਂ ਦਾ ਮਤਲਬ ਕੀ ਹੈ, ਔਂਕੜ ਦਾ ਮਤਲਬ ਕੀ ਹੈ, ਸਾਰੇ ਦੀ ਸਾਰੀ ਇਤਨੀ ਕਮਾਲ ਦੀ ਤਰਤੀਬ ਹੈ ਗੁਰੂ ਗ੍ਰੰਥ ਸਾਹਿਬ ਦੀ।
ਕੋਈ ਮਨੁੱਖ ਇਹਦੇ ਵਿੱਚ ਰਲਾ ਪਾ ਹੀ ਨਹੀਂ ਸਕਦਾ। ਜਦੋਂ ਵੀ ਰਲਾ ਪਊਗਾ ਮਾਤਰਾਵਾਂ ਤੋਂ ਪਊਗਾ। ਜਦੋਂ ਮਾਤਰਾ ਇੱਧਰ ਉੱਧਰ ਹੋਣਗੀਆਂ, ਜਦੋਂ ਵਿਆਕਰਣ ਦੀ ਜਦੋਂ ਪੱਖ ਇੱਧਰ ਉੱਧਰ ਹੋਊਗਾ, ਹਿੱਲੂਗੀ ਮਾਤਰਾ ਕੋਈ, ਅਰਥ ਬਦਲਣਗੇ। ਇਸੇ ਕਰਕੇ ਹੁਣ ਬੜੀ ਯੋਗਤਾ ਦੇ ਨਾਲ, ਬੜੇ ਧਿਆਨ ਨਾਲ ਇਹ ਗੱਲ ਵੇਖਣ ਵਾਲੀ ਹੈ। ਤੁਸੀਂ ਪ੍ਰਾਤਨ ਬੀੜਾਂ ਦੇ ਵਿੱਚ ਮੂਲ ਮੰਤਰ ਸਾਹਿਬ ਦਾ ਜਿਹੜਾ ਆਪਾਂ ਰੂਪ ਵੇਖਦੇ ਹਾਂ, ਉਹਦੇ ਵਿੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ। ਉਹ ਤੋਂ ਅੱਗੇ ਜਾ ਕੇ ਦੋ ਡੰਡੀਆਂ ਲਾ ਕੇ ਸਮਾਪਤੀ ਹੋ ਗਈ ਹੈ। ਉਹ ਤੋਂ ਅੱਗੇ ਜਾ ਕੇ ਦੋ ਡੰਡੀਆਂ ਲਾ ਕੇ ਸਮਾਪਤੀ ਹੋ ਗਈ ਹੈ। ਹੁਣ ਇਹ ਤੋਂ ਅੱਗੇ ਦੂਜੀ ਕੋਈ ਗੱਲ ਨਹੀਂ। ਹੁਣ ਉਹ ਤੋਂ ਅੱਗੇ ਫਿਰ ਦੋ ਡੰਡੀਆਂ ਸ਼ੁਰੂ ਹੁੰਦੀਆਂ ਨੇ, ਫਿਰ ਜਪ, ਫਿਰ ਦੋ ਡੰਡੀਆਂ ਦੇ ਮੁਕੰਮਲ ਭਾਵ ਹੈਡਿੰਗ ਹੈ, ਫਿਰ ਉਹਦੇ ਅੱਗੇ ਸ਼ਲੋਕ ਹੈ। ਜੇ ਇਹੀ ਮੂਲ ਮੰਤਰ ਦਾ ਰੂਪ ਹੁੰਦਾ ਤੇ ਬਾਕੀ ਜਗ੍ਹਾ ਵੀ ਪਾਤਸ਼ਾਹ ਜੀ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਲਿਖਦੇ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਬੜੀ ਸ਼ਰਾਰਤ ਦੇ ਨਾਲ ਉਹ ਡੰਡੀਆਂ ਜਿਹੜੀਆਂ ਗੁਰਪ੍ਰਸਾਦ ਦੀ ਸਮਾਪਤੀ ਤੋਂ ਬਾਅਦ ਲੱਗੀਆਂ ਨੇ, ਉਹ ਹਟਾ ਕੇ ਜਪ ਨਾਲ ਜੋੜ ਦਿੱਤੀਆਂ ਗਈਆਂ ਨੇ। ਤੇ ਜਪ ਤੋਂ ਬਾਅਦ ਕਈ ਗੁਟਕਿਆਂ ਦੇ ਵਿੱਚ ਮੈਨੂੰ ਵੇਖਣ ਨੂੰ ਤੇ ਪੜ੍ਹਨ ਨੂੰ ਮਿਲਿਆ, ਕਈ ਪੋਥੀਆਂ 'ਚ ਵੀ। ਇਹ ਸ਼ਰਾਰਤਾਂ ਨੇ, ਕਿਉਂਕਿ ਜਦੋਂ ਮਾਤਰਾਵਾਂ ਦੀ ਛੇੜਛਾੜ ਕੀਤੀ ਜਾਵੇਗੀ ਤੇ ਆਪਣੇ ਆਪ ਉਹਦੇ ਅਰਥਾਂ ਦੇ ਵਿੱਚ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ। ਪੰਚਮ ਪਾਤਸ਼ਾਹ ਜੀ ਨੇ ਇਸੇ ਕਰਕੇ ਸਿਰਲੇਖ ਬਕਾਇਦਾ ਆਪਣੇ ਹੱਥੀਂ ਲਿਖਵਾਏ ਨੇ। ਇਸੇ ਕਰਕੇ ਇਹਦੇ ਵਿੱਚ ਇਹ ਗੱਲ ਕਹੀ, ਟੁੰਡੈ ਅਸ ਰਾਜੇ ਕੀ ਧੁਨੀ। ਧੁਨੀ ਦਾ ਅਰਥ ਹੈ ਸੁਰ। ਅਰਥ ਇਹ ਵਾਰ ਟੁੰਡੇ ਅਸ ਰਾਜੇ ਦੀ ਧੁਨ ਉੱਤੇ ਗਾਉਣੀ ਹੈ, ਇਹ ਹਦਾਇਤ ਹੈ। ਤੇ ਹੁਣ ਟੁੰਡੇ ਅਸ ਰਾਜੇ ਦੇ ਬਾਬਤ ਇਹ ਕਹਿਣਾ ਹੈ, ਇੱਕ ਸ਼ਾਰਟ ਦੇ ਰੂਪ ਦੇ ਵਿੱਚ ਇਹ ਸਾਖੀ ਹੈ। ਅਸ ਰਾਜ ਇੱਕ ਰਾਜੇ ਦਾ ਪੁੱਤਰ ਸੀ ਜਿਸ ਦਾ ਨਾਮ ਸਾਰੰਗ ਸੀ। ਉਹਦੀ ਇਸਤਰੀ ਮਰ ਗਈ, ਉਹਨੇ ਨਵਾਂ ਵਿਆਹ ਕਰਾ ਲਿਆ। ਉਹ ਔਰਤ ਆਪਣੇ ਪੁੱਤਰ ਤੇ ਰੀਝ ਗਈ, ਅਸ ਰਾਜੇ ਤੇ ਰੀਝ ਗਈ। ਹੁਣ ਅਸ ਰਾਜੇ ਦੇ ਬਾਬਤ ਉਹ ਚਾਹੁੰਦੀ ਹੈ ਕਿ ਮੇਰਾ ਇਹਦੇ ਨਾਲ ਵਿਆਹ ਹੋਵੇ, ਪਰ ਅਸ ਰਾਜੇ ਨੇ ਇਹ ਕਹਿ ਕੇ ਮਨਾ ਕਰ ਦਿੱਤਾ। ਉਹ ਆਪਣੇ ਕਿਰਦਾਰ ਦਾ ਪੂਰਾ ਧਨੀ ਸੀ, ਕਰੈਕਟਰ ਦਾ ਪੂਰਾ ਮਾਲਕ ਸੀ। ਉਹਨੇ ਇਹ ਕਹਿ ਕੇ ਮਨਾ ਕਰਤਾ ਵੀ ਨਹੀਂ, ਇਹ ਚੀਜ਼ਾਂ ਮੈਂ ਕਿਰਦਾਰਕ ਰੂਪ ਦੇ ਵਿੱਚ ਇਹ ਚੀਜ਼ਾਂ ਨਹੀਂ ਮੈਂ ਅਪਣਾਉਣੀਆਂ ਚਾਹੁੰਦਾ। ਉਸਨੇ ਆਪਣੇ ਕਰੈਕਟਰ ਨੂੰ ਉੱਚਾ ਸੁੱਚਾ ਰੱਖਿਆ ਤੇ ਉਹਨੇ ਨਾ ਕਰ ਦਿੱਤੀ। ਉਸ ਔਰਤ ਨੇ ਜਾ ਕੇ ਰਾਜੇ ਸਾਰੰਗ ਦੇ ਕੰਨ ਭਰੇ। ਜੋ ਰਾਜੇ ਸਾਰੰਗ ਦੇ ਕੰਨ ਭਰੇ, ਉਸਨੇ ਐਲਾਨ ਕਰ ਦਿੱਤਾ ਕਿ ਵੀ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ, ਮਾਰ ਦਿੱਤਾ ਜਾਵੇ ਇਸ ਨੂੰ। ਵਜ਼ੀਰ ਸਿਆਣਾ ਸੀ, ਐਸਾ ਲਿਖਿਆ ਇਹਦੇ ਵਿੱਚ, ਵਜ਼ੀਰ ਸਿਆਣਾ ਸੀ, ਉਸਨੇ ਮਾਰਿਆ ਨਾ, ਸਗੋਂ ਇੱਕ ਹੱਥ ਵੱਢ ਕੇ ਤੇ ਉਸਨੂੰ ਸੁੱਟ ਦਿੱਤਾ ਉਹਦੇ ਵਿੱਚ, ਖੂਹ ਦੇ ਵਿੱਚ, ਐਸਾ ਕਹਿਣਾ। ਬਾਅਦ ਵਿੱਚ ਰਾਜੇ ਨੇ ਕ੍ਰੋਧ ਵਿੱਚ ਆ ਕੇ ਜੋ ਕਰਮ ਕੀਤੇ, ਰਾਜੇ ਦੇ ਵਜ਼ੀਰ ਸਿਆਣਾ ਸੀ, ਉਸਨੇ ਜਾਨੋਂ ਮਾਰਨ ਦੀ ਬਜਾਏ ਹੱਥ ਕੱਟ ਕੇ ਸ਼ਹਿਰੋਂ ਬਾਹਰ ਕਿਸੇ ਉਜਾੜ ਖੂਹ ਵਿੱਚ ਸੁੱਟ ਦਿੱਤਾ। ਉੱਥੋਂ ਦੇ ਵਣਜਾਰਿਆਂ ਦਾ ਇੱਕ ਕਾਫਲਾ ਲੰਘ ਰਿਹਾ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਇੱਕ ਕੋਈ ਆਵਾਜ਼ ਆ ਰਹੀ ਹੈ, ਤੇ ਜਦੋਂ ਚੁੱਕਿਆ ਤੇ ਉਸ ਬੱਚੇ ਦਾ ਟ੍ਰੀਟਮੈਂਟ ਕੀਤਾ। ਸਮਾਂ ਪਿਆ, ਸਮਾਂ ਪੈਣ ਤੋਂ ਬਾਅਦ ਇੱਕ ਇਸ ਤਰ੍ਹਾਂ ਦੀ ਆਵਾਜ਼, ਇਸ ਤਰ੍ਹਾਂ ਦਾ ਸਮਾਂ ਬੜਿਆ ਕਿ ਉਹ ਹੌਲੀ ਹੌਲੀ ਪੜਨ ਲੱਗਾ। ਤੇ ਇੱਕ ਵਾਰੀ ਕਿਸੇ ਦੇਸ਼ ਦਾ ਰਾਜਾ ਕੋਈ ਚੜ੍ਹਾਈ ਕਰ ਗਿਆ ਤੇ ਵਜ਼ੀਰ ਨੇ ਇਹ ਗੱਲ ਐਲਾਨ ਕਰ ਦਿੱਤੀ ਕਿ ਜਿਹੜਾ ਪਹਿਲ ਦੇ ਆਧਾਰ ਤੇ ਇੱਥੇ ਆਵੇਗਾ ਉਸ ਨੂੰ ਰਾਜਾ ਬਣਾ ਦਿੱਤਾ ਜਾਵੇਗਾ। ਸਮੇਂ ਨੇ ਬਿੱਧ ਪਲਟੀ, ਉਹ ਲੜਕਾ ਉੱਥੇ ਪਹੁੰਚਿਆ ਤੇ ਉਸ ਨੂੰ ਸਮੇਂ ਦੇ ਵਿਉਂਤ ਮੁਤਾਬਕ ਉਸ ਦੇਸ਼ ਦਾ ਰਾਜਾ ਬਣਾ ਦਿੱਤਾ। ਇੱਧਰ ਕਾਲ ਪਿਆ ਇਹਦੇ ਪਿਤਾ ਦੇ ਰਾਜ ਦੇ ਵਿੱਚ। ਜਦੋਂ ਕਾਲ ਪਿਆ ਤੇ ਵਜ਼ੀਰ ਉਸ ਰਾਜ ਦੇ ਵਿੱਚ ਅਨਾਜ ਲੈਣ ਗਿਆ, ਉਹਨੇ ਪਹਿਚਾਣ ਲਿਆ ਕਿ ਇਹ ਤੇ ਸਾਡਾ ਪੁੱਤਰ ਆ, ਇਹ ਤੇ ਉਹੀ ਹੈ, ਅਸਰਾਜ ਆ। ਉਸਨੇ ਜਾ ਕੇ ਸਾਰੀ ਵਿਥਿਆ ਸਾਰੰਗ ਨੂੰ ਸੁਣਾਈ ਤੇ ਉਸ ਨੂੰ ਜਦੋਂ ਰਾਜੇ ਅਸਰਾਜ ਨੇ ਆਪਣਾ ਘਰ ਦੇ ਅਨਾਜ ਦੇ ਦਰਵਾਜ਼ੇ ਖੋਲ੍ਹ ਦਿੱਤੇ ਇਹਨਾਂ ਵਾਸਤੇ, ਉਹਦੀ ਇਸ ਦਿਆਲਤਾ ਦੀ, ਉਹਦੀ ਇਸ ਉਦਾਰਤਾ ਦੀ, ਇਸ ਬਹਾਦਰੀ ਦੀ, ਇਸ ਕਿਰਦਾਰਿਕ ਦੀ ਜਿਹੜੀ ਹੈ ਪ੍ਰਸ਼ੰਸਾ ਉਸ ਸਮੇਂ ਦੇ ਲੋਕਾਂ ਨੇ, ਉਸ ਸਮੇਂ ਦੇ ਢਾਡੀਆਂ ਨੇ, ਉਸ ਸਮੇਂ ਦੇ ਗਾਇਕਾਂ ਨੇ ਆਪਣੀਆਂ ਧੁਨੀਆਂ ਵਿੱਚ ਪਾ ਕੇ ਗਾਉਣੀ ਸ਼ੁਰੂ ਕੀਤੀ, ਲੋਕਾਂ ਨੂੰ ਇੱਕ ਚੰਗੇ ਕਿਰਦਾਰਿਕ ਰੂਪ ਦੇ ਵਿੱਚ ਲੈ ਕੇ ਆਉਣ ਵਾਸਤੇ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕੀ ਕੀਤਾ, ਗੁਰੂ ਅਰਜਨ ਪਾਤਸ਼ਾਹ ਨੇ ਕਹਿੰਦੇ ਧੁਨੀ ਉਹੀ ਰੱਖੋ, ਪਰ ਉਸ ਧੁਨ ਉੱਤੇ ਇਸ ਅਸ ਰਾਜੇ ਦੀ ਕਹਾਣੀ ਸੁਣਾਉਣ ਦੀ ਬਜਾਏ ਪ੍ਰਮਾਤਮਾ ਦੀ ਕਹਾਣੀ ਸੁਣਾਓ, ਨਿਰੰਕਾਰ ਦੇ ਗੀਤ ਸੁਣਾਓ, ਪ੍ਰਮਾਤਮਾ ਦੀਆਂ ਬਾਤਾਂ ਸੁਣਾਓ, ਤਾਂ ਕਿ ਪ੍ਰਮਾਤਮਾ ਨਾਲ ਕਿਵੇਂ ਪਹੁੰਚਿਆ ਜਾਂਦਾ ਹੈ। ਇਸੇ ਕਰਕੇ ਤੁਸੀਂ ਦੇਖੋਗੇ ਕਿਤੇ ਲੱਲਾ ਬਹਿਲਿਮਾ ਕੀ ਧੁਨੀ, ਇਹ ਆਦਿਕ ਇਹ ਸਾਰੀਆਂ ਧੁਨੀਆਂ ਸਮੇਂ ਦੇ ਲੋਕ ਗਾਉਂਦੇ ਸਨ। ਤੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਟੁੰਡੇ ਅਸ ਰਾਜੇ ਦੀ ਇਸੇ ਕਰਕੇ ਉਹਨੂੰ ਟੁੰਡਾ ਅਸਰਾਜ, ਜਿਹੜਾ ਅਸਰਾਜਾ ਟੁੰਡਾ ਸੀ, ਉਹਦੀ ਬਹਾਦਰੀ, ਉਹਦੀ ਦਿਆਲਤਾਈ ਦੇ ਉੱਪਰ ਜਿਹੜੀ ਧੁਨ ਬਣਾਈ ਗਈ, ਉਹਨੂੰ ਇਹਦੇ ਵਿੱਚ ਦਰਜ ਕੀਤਾ, ਟੁੰਡੇ ਅਸਰਾਜੇ ਦੀ ਧੁਨੀ ਉੱਪਰ ਗਾਉਣੀ ਹੈ।
ਸੋ ਅੱਜ ਤੇ ਵਿਚਾਰ ਇੱਥੇ ਹੀ ਮੈਂ ਸੰਕੋਚਦਾ ਹਾਂ, ਕਿਉਂਕਿ ਮੇਰੀ ਮਤਲਬ ਇਹ ਹੈ ਕਿ 12